ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਖਾਸ ਚਰਚਾ। ਅੱਜ ਆਪਾਂ ਦੇਖਾਂਗੇ ਕਿ ਐਕਸਲ ਦੀਆਂ ਬਿਲਕੁਲ ਬੁਨਿਆਦੀ ਚੀਜ਼ਾਂ ਨੂੰ ਵਰਤ ਕੇ ਸਾਧਾਰਣ ਜੀਆਂ ਸਪਰੈਡਸ਼ੀਟਾਂ ਨੂੰ ਸਮਝਦਾਰ ਅਤੇ ਆਟੋਮੈਟਿਕ ਡੇਟਾ ਇੰਜਨਾਂ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ। ਮੈਨੂਅਲ ਕੰਮ ਦੇ ਘੰਟਿਆਂ ਨੂੰ ਸਕਿੰਟਾਂ ਵਿੱਚ ਬਦਲਣ ਦਾ ਇਹ ਸਫ਼ਰ ਸੱਚਮੁੱਚ ਬਹੁਤ ਕਮਾਲ ਦਾ ਹੋਣ ਵਾਲਾ ਹੈ। ਅਕਸਰ ਡੇਟਾ ਨੂੰ ਸੰਭਾਲਣਾ ਇੱਕ ਵੱਡਾ ਬੋਝ ਲੱਗਦਾ ਹੈ ਨਾ? ਪਰ ਸਹੀ ਤਰੀਕੇ ਨਾਲ ਇਹੀ ਡੇਟਾ ਸਭ ਤੋਂ ਵੱਡੀ ਤਾਕਤ ਬਣ ਸਕਦਾ ਹੈ। ਚਲੋ ਸ਼ੁਰੂ ਕਰਦੇ ਹਾਂ। ਅੱਜ ਦੇ ਇਸ ਸੈਸ਼ਨ ਦਾ ਏਜੰਡਾ ਕੁਝ ਇਸ ਤਰ੍ਹਾਂ ਰਹੇਗਾ। ਪਹਿਲਾਂ ਐਕਸਲ ਫਾਰਮੂਲੇ, ਫਿਰ ਰਿਲੇਟਿਵ ਅਤੇ ਐਬਸੋਲੂਟ ਰੈਫਰੈਂਸ ਦਾ ਫਰਕ, ਉਸ ਤੋਂ ਬਾਅਦ ਕੰਡੀਸ਼ਨਲ ਲੌਜਿਕ, ਫਿਰ ਲੁੱਕਅਪ ਫੰਕਸ਼ਨ ਅਤੇ ਅਖੀਰ ਵਿੱਚ ਕੁਝ ਬਹੁਤ ਹੀ ਜ਼ਰੂਰੀ ਐਕਸਲ ਕੀਬੋਰਡ ਸ਼ਾਰਟਕਟ। ਤਾਂ ਭਾਗ ਪਹਿਲਾ, ਐਕਸਲ ਫਾਰਮੂਲੇ ਅਤੇ ਬੁਨਿਆਦੀ ਗਣਨਾਵਾਂ। ਹੁਣ ਐਕਸਲ ਨੂੰ ਸਮਝਣਾ ਨਾ ਬਿਲਕੁਲ ਕਿਸੇ ਨਵੀਂ ਭਾਸ਼ਾ ਸਿੱਖਣ ਵਾਂਗ ਹੈ, ਅਤੇ ਹਰ ਭਾਸ਼ਾ ਦੇ ਆਪਣੇ ਨਿਯਮ ਹੁੰਦੇ ਹਨ। ਇੱਥੇ ਬਰਾਬਰ ਦਾ ਚਿੰਨ੍ਹ ਯਾਨੀ ਇਕੁਅਲਸ ਟੂ ਬਰਾਬਰ ਸਭ ਤੋਂ ਅਹਿਮ ਨਿਯਮ ਹੈ। ਇਹ ਸੌਫਟਵੇਅਰ ਨੂੰ ਇੱਕ ਸਪਸ਼ਟ ਇਸ਼ਾਰਾ ਦਿੰਦਾ ਹੈ ਕਿ ਬਈ ਹੁਣ ਆਮ ਟੈਕਸਟ ਟਾਈਪ ਕਰਨ ਦਾ ਸਮਾਂ ਖਤਮ ਹੋ ਗਿਆ ਹੈ ਅਤੇ ਗਣਿਤ ਸ਼ੁਰੂ ਹੋਣ ਵਾਲਾ ਹੈ। ਸੱਚ ਮੰਨੋ, ਇਸ ਛੋਟੇ ਜਿਹੇ ਚਿੰਨ੍ਹ ਤੋਂ ਬਿਨਾਂ ਦੁਨੀਆ ਦਾ ਸਭ ਤੋਂ ਵਧੀਆ ਫਾਰਮੂਲਾ ਵੀ ਸਿਰਫ ਅੱਖਰਾਂ ਦਾ ਇੱਕ ਬੇਜਾਨ ਢੇਰ ਹੀ ਰਹਿ ਜਾਂਦਾ ਹੈ। ਜ਼ਰਾ ਕਲਪਨਾ ਕਰੋ ਕਿ 500 ਵੱਖ-ਵੱਖ ਨੰਬਰਾਂ ਨੂੰ ਕੈਲਕੂਲੇਟਰ ਤੇ ਇੱਕ-ਇੱਕ ਕਰਕੇ ਜੋੜਨਾ ਪੈ ਰਿਹਾ ਹੈ। ਸੋਚ ਕੇ ਹੀ ਥਕਾਵਟ ਹੁੰਦੀ ਹੈ, ਠੀਕ? ਇੱਥੇ ਇਹ ਸਮ ਫੰਕਸ਼ਨ ਕਿਸੇ ਜਾਦੂ ਦੀ ਛੜੀ ਵਾਂਗ ਕੰਮ ਕਰਦਾ ਹੈ। ਬਸ ਕੁਝ ਅੱਖਰ ਟਾਈਪ ਕਰੋ ਅਤੇ ਇੱਕ ਵੱਡੀ ਰੇਂਜ ਦਾ ਜੋੜ ਸੈਕਿੰਡ ਦੇ ਇੱਕ ਛੋਟੇ ਜਿਹੇ ਹਿੱਸੇ ਵਿੱਚ ਹਾਜ਼ਰ। ਇਹ ਮੈਨੂਅਲ ਜੋੜ ਕਰਨ ਦੀ ਸਾਰੀ ਸਿਰਦਰਦੀ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੰਦਾ ਹੈ। ਅਤੇ ਜਦੋਂ ਇੱਕ ਵਾਰ ਇਹ ਬੁਨਿਆਦੀ ਢਾਂਚਾ ਸਮਝ ਆ ਜਾਵੇ ਤਾਂ ਸੰਭਾਵਨਾਵਾਂ ਬੇਅੰਤ ਹੋ ਜਾਂਦੀਆਂ ਹਨ। ਉਦਾਹਰਣ ਲਈ, ਵਿਦਿਆਰਥੀਆਂ ਦੇ ਟੈਸਟ ਸਕੋਰਾਂ ਵਾਲੇ ਇਸ ਡੇਟਾ ਸੈੱਟ ਨੂੰ ਹੀ ਲੈ ਲਓ। ਜੇਕਰ ਕੁੱਲ ਅੰਕਾਂ ਦੀ ਬਜਾਏ ਔਸਤ ਯਾਨੀ ਐਵਰੇਜ ਕੱਢਣੀ ਹੋਵੇ ਤਾਂ ਪੂਰੇ ਢਾਂਚੇ ਨੂੰ ਬਦਲਣ ਦੀ ਕੋਈ ਲੋੜ ਨਹੀਂ। ਸਿਰਫ ਸਮ ਦੀ ਥਾਂ ਐਵਰੇਜ ਲਿਖਣ ਨਾਲ ਹੀ ਸਾਰਾ ਕੰਮ ਹੋ ਜਾਂਦਾ ਹੈ ਅਤੇ ਬਿਨਾਂ ਕਿਸੇ ਗੁੰਝਲਦਾਰ ਗਣਿਤ ਦੇ 77.5 ਦਾ ਨਤੀਜਾ ਤੁਰੰਤ ਸਾਹਮਣੇ ਆ ਜਾਂਦਾ ਹੈ। ਕਮਾਲ ਹੈ ਨਾ? ਪਰ ਇੱਥੇ ਇੱਕ ਬਹੁਤ ਹੀ ਗੰਭੀਰ ਸਵਾਲ ਪੈਦਾ ਹੁੰਦਾ ਹੈ। ਕੀ ਹੁੰਦਾ ਹੈ ਜਦੋਂ ਕਿਸੇ ਫਾਰਮੂਲੇ ਨੂੰ ਪੂਰੇ ਕਾਲਮ ਵਿੱਚ ਹੇਠਾਂ ਵੱਲ ਖਿੱਚਿਆ ਜਾਂ ਕਾਪੀ ਕੀਤਾ ਜਾਂਦਾ ਹੈ? ਜੇਕਰ ਇਸ ਪ੍ਰਕਿਰਿਆ ਨੂੰ ਧਿਆਨ ਨਾਲ ਨਾ ਸਮਝਿਆ ਜਾਵੇ ਤਾਂ ਪੂਰੇ ਦਾ ਪੂਰਾ ਡੇਟਾ ਸੈੱਟ ਗਲਤ ਹੋ ਸਕਦਾ ਹੈ। ਵੱਡੀਆਂ ਗਲਤੀਆਂ ਹੋ ਸਕਦੀਆਂ ਹਨ ਜੋ ਸਾਰੀ ਮਿਹਨਤ ਬਰਬਾਦ ਕਰ ਸਕਦੀਆਂ ਹਨ। ਇਸੇ ਲਈ ਆਪਾਂ ਚੱਲਦੇ ਹਾਂ ਭਾਗ ਦੂਜੇ ਵੱਲ, ਰਿਲੇਟਿਵ ਬਨਾਮ ਐਬਸੋਲੂਟ ਰੈਫਰੈਂਸ। ਇਸ ਫਰਕ ਨੂੰ ਸਮਝਣਾ ਅਸਲ ਵਿੱਚ ਗੇਮ ਚੇਂਜਰ ਹੈ। ਰਿਲੇਟਿਵ ਰੈਫਰੈਂਸ ਇੱਕ ਖੁੱਲੇ ਗੁਬਾਰੇ ਵਾਂਗ ਹੈ। ਜਿੱਥੇ ਫਾਰਮੂਲਾ ਜਾਵੇਗਾ ਇਹ ਵੀ ਉਸ ਦੇ ਹਿਸਾਬ ਨਾਲ ਆਪਣੀ ਜਗ੍ਹਾ ਬਦਲ ਲਵੇਗਾ। ਦੂਜੇ ਪਾਸੇ ਐਬਸੋਲੂਟ ਰੈਫਰੈਂਸ ਉਸ ਗੁਬਾਰੇ ਨੂੰ ਇੱਕ ਭਾਰੀ ਪੱਥਰ ਨਾਲ ਬੰਨਣ ਵਾਂਗ ਹੈ। ਇਹ ਜਿਹੜਾ ਡਾਲਰ ਦਾ ਚਿੰਨ੍ਹ ਹੈ ਨਾ, ਇਹ ਉਸ ਰੱਸੀ ਦਾ ਕੰਮ ਕਰਦਾ ਹੈ ਜੋ ਸੈੱਲ ਨੂੰ ਇੱਕ ਜਗ੍ਹਾ ਤੇ ਪੱਕਾ ਲੌਕ ਕਰ ਦਿੰਦਾ ਹੈ। ਖਾਸ ਕਰਕੇ ਉਦੋਂ ਜਦੋਂ ਕੋਈ ਪੱਕੀ ਟੈਕਸ ਦਰ ਜਾਂ ਬੋਨਸ ਪ੍ਰਤੀਸ਼ਤ ਹੋਵੇ ਜਿਸ ਨੂੰ ਬਦਲਣ ਤੋਂ ਰੋਕਣਾ ਬਿਲਕੁਲ ਲਾਜ਼ਮੀ ਹੁੰਦਾ ਹੈ। ਵੈਸੇ ਵਾਰ-ਵਾਰ ਮੈਨੂਅਲ ਤਰੀਕੇ ਨਾਲ ਡਾਲਰ ਦਾ ਚਿੰਨ੍ਹ ਟਾਈਪ ਕਰਨਾ ਕਾਫੀ ਸਮਾਂ ਖਰਾਬ ਕਰਦਾ ਹੈ। ਇੱਥੇ F4 ਕੁੰਜੀ ਸਾਡੀ ਮਦਦ ਕਰਦੀ ਹੈ। ਫਾਰਮੂਲਾ ਟਾਈਪ ਕਰਦੇ ਸਮੇਂ ਬਸ ਇਸ ਨੂੰ ਦਬਾਓ ਅਤੇ ਵੱਖ-ਵੱਖ ਲੌਕ ਸਥਿਤੀਆਂ ਵਿੱਚ ਘੁੰਮਦੀ ਹੈ। ਕਦੇ ਪੂਰਾ ਸੈੱਲ ਲੌਕ, ਕਦੇ ਸਿਰਫ ਕਤਾਰ ਅਤੇ ਕਦੇ ਸਿਰਫ ਕਾਲਮ। ਇੱਕ ਥਕਾਵਟ ਵਾਲੀ ਪ੍ਰਕਿਰਿਆ ਸਿਰਫ ਇੱਕ ਬਟਨ ਦਬਾਉਣ ਦੀ ਖੇਡ ਬਣ ਜਾਂਦੀ ਹੈ। ਅੱਗੇ ਵਧਦੇ ਹਾਂ ਭਾਗ ਤੀਜੇ ਵੱਲ, ਐਕਸਲ ਵਿੱਚ ਕੰਡੀਸ਼ਨਲ ਲੌਜਿਕ। ਇੱਕ ਗੱਲ ਹਮੇਸ਼ਾ ਯਾਦ ਰੱਖਣ ਵਾਲੀ ਹੈ ਕਿ ਕੰਪਿਊਟਰ ਹਮੇਸ਼ਾ ਬਾਈਨਰੀ ਯਾਨੀ ਹਾਂ ਜਾਂ ਨਾ ਵਿੱਚ ਸੋਚਦੇ ਹਨ। ਇੱਕ ਲੌਜੀਕਲ ਟੈਸਟ ਦਾ ਅਸਲ ਕੰਮ ਸਪਰੈਡਸ਼ੀਟ ਨੂੰ ਫੈਸਲੇ ਲੈਣ ਦੇ ਕਾਬਲ ਬਣਾਉਣਾ ਹੈ। ਇਹ ਅੰਕੜਿਆਂ ਦੀ ਤੁਲਨਾ ਕਰਦਾ ਹੈ ਅਤੇ ਐਕਸਲ ਨੂੰ ਇੱਕ ਸਿੱਧਾ ਸਵਾਲ ਪੁੱਛਦਾ ਹੈ ਜਿਸ ਦਾ ਜਵਾਬ ਸਿਰਫ ਸੱਚ ਜਾਂ ਝੂਠ ਯਾਨੀ ਟਰੂ ਜਾਂ ਫਾਲਸ ਹੋ ਸਕਦਾ ਹੈ। ਇਹ ਸਾਧਾਰਣ ਜਿਹੀ ਹਾਂ ਜਾਂ ਨਾ ਹੀ ਸਪਰੈਡਸ਼ੀਟ ਦੀ ਅਸਲ ਬੁੱਧੀਮਤਾ ਦਾ ਆਧਾਰ ਬਣਦੀ ਹੈ। ਜੇਕਰ ਐਕਸਲ ਦੇ ਇਸ IF ਫਾਰਮੂਲੇ ਨੂੰ ਸਧਾਰਣ ਇਨਸਾਨੀ ਤਰਕ ਵਿੱਚ ਬਦਲਿਆ ਜਾਵੇ ਤਾਂ ਇਹ 3 ਸੌਖੇ ਕਦਮਾਂ ਵਿੱਚ ਕੰਮ ਕਰਦਾ ਹੈ। ਪਹਿਲਾ ਜਾਂਚ ਹੁੰਦੀ ਹੈ ਜਿਵੇਂ ਕਿ ਸਕੋਰ 89 ਤੋਂ ਵੱਧ ਹੈ। ਜੇਕਰ ਜਵਾਬ ਹਾਂ ਹੈ ਤਾਂ ਨਤੀਜਾ A ਗ੍ਰੇਡ ਮਿਲੇਗਾ। ਜੇਕਰ ਜਵਾਬ ਨਾ ਹੈ ਤਾਂ ਨਤੀਜਾ F ਮਿਲੇਗਾ। ਬਸ ਇਸੇ ਤਰੀਕੇ ਨਾਲ ਸਪਰੈਡਸ਼ੀਟ ਖੁਦ ਬਖੁਦ ਹਜ਼ਾਰਾਂ ਫੈਸਲੇ 1 ਸੈਕਿੰਡ ਵਿੱਚ ਲੈਣ ਦੇ ਕਾਬਿਲ ਹੋ ਜਾਂਦੀ ਹੈ। ਪਰ ਆਪਾਂ ਸਭ ਜਾਣਦੇ ਹਾਂ ਕਿ ਅਸਲ ਦੁਨੀਆ ਦਾ ਡੇਟਾ ਬਹੁਤ ਉਲਝਿਆ ਹੋਇਆ ਹੁੰਦਾ ਹੈ। ਕਈ ਵਾਰ ਐਜੀ ਸਿਚੁਏਸ਼ਨ ਆਉਂਦੀ ਹੈ ਜਿੱਥੇ ਆਮਦਨ ਦੇ ਵੱਖ-ਵੱਖ ਸਰੋਤਾਂ ਨੂੰ ਵੱਖਰਾ ਕਰਨਾ ਪੈਂਦਾ ਹੈ। ਮੰਨ ਲਓ ਕਿ ਇੱਕ ਬਹੁਤ ਵੱਡੇ ਰਿਕਾਰਡ ਵਿੱਚੋਂ ਸਿਰਫ ਆਨਲਾਈਨ ਵਿਕਰੀ ਦਾ ਹਿਸਾਬ ਲਗਾਉਣਾ ਹੈ ਅਤੇ ਆਫਲਾਈਨ ਨੂੰ ਛੱਡਣਾ ਹੈ। ਐਜੇ ਵਪਾਰਕ ਦ੍ਰਿਸ਼ਾਂ ਵਿੱਚ ਆਮ ਜੋੜ ਕੰਮ ਨਹੀਂ ਆਉਂਦਾ। ਉੱਥੇ ਸਾਨੂੰ ਸ਼ਰਤ ਆਧਾਰਿਤ ਗਣਨਾ ਦੀ ਲੋੜ ਪੈਂਦੀ ਹੈ। ਇਹ ਉਹ ਜਗ੍ਹਾ ਹੈ ਜਿੱਥੇ 2 ਫੰਕਸ਼ਨ ਮਿਲ ਕੇ ਇੱਕ ਵੱਡੀ ਤਾਕਤ ਬਣਦੇ ਹਨ। ਸਮ ਇਫ ਫੰਕਸ਼ਨ ਇਹ ਇੱਕੋ ਸਮੇਂ ਡੇਟਾ ਨੂੰ ਫਿਲਟਰ ਵੀ ਕਰਦਾ ਹੈ ਅਤੇ ਉਸ ਦੀ ਗਣਨਾ ਵੀ ਕਰਦਾ ਹੈ। ਜਿਵੇਂ ਇਹ ਸਿਰਫ ਓਨਾ ਹੀ ਰਕਮਾਂ ਨੂੰ ਲੱਭ ਕੇ ਜੋੜੇਗਾ ਜੋ 20,000 ਤੋਂ ਵੱਧ ਹਨ, ਜੋ ਕੰਮ ਹੱਥੀਂ ਲੱਭਣ ਅਤੇ ਜੋੜਨ ਵਿੱਚ ਕਈ ਘੰਟੇ ਲਗਾ ਸਕਦਾ ਹੈ। ਇਹ ਫਾਰਮੂਲਾ ਉਸ ਨੂੰ ਪਲਕ ਝਪਕੰਦਿਆਂ ਹੀ ਪੂਰਾ ਕਰ ਦਿੰਦਾ ਹੈ। ਬਿਲਕੁਲ ਸਹੀ। ਪਰ ਇੱਕ ਸਵਾਲ ਹੋਰ,
ਕੀ ਹੋਵੇਗਾ ਜੇਕਰ ਇੱਕ ਜਾਂ ਦੋ ਨਹੀਂ ਸਗੋਂ 12 ਵੱਖ-ਵੱਖ ਸ਼ਰਤਾਂ ਨੂੰ ਇੱਕੋ ਫਾਰਮੂਲੇ ਵਿੱਚ ਫਿੱਟ ਕਰਨਾ ਪੈ ਜਾਵੇ? ਉਫ, ਇਹ ਤਾਂ ਇੱਕ ਡਰਾਉਣਾ ਸੁਪਨਾ ਬਣ ਸਕਦਾ ਹੈ। ਇੰਨੇ ਸਾਰੇ ਬ੍ਰੈਕਟਾਂ ਅਤੇ ਕੌਮਿਆਂ ਦੇ ਜਾਲ ਵਿੱਚ ਉਲਝਣਾ ਬਿਲਕੁਲ ਸੁਭਾਵਿਕ ਹੈ। ਔਰ ਜੇਕਰ ਕਿਤੇ ਇੱਕ ਵੀ ਛੋਟੀ ਜਿਹੀ ਟਾਈਪਿੰਗ ਗਲਤੀ ਹੋ ਗਈ ਨਾ, ਤਾਂ ਪੂਰੀ ਦੀ ਪੂਰੀ ਸ਼ੀਟ ਕੰਮ ਕਰਨਾ ਬੰਦ ਕਰ ਦਿੰਦੀ ਹੈ। ਇਸ ਗੁੰਝਲ ਨੂੰ ਸੁਲਝਾਉਣ ਲਈ ਯਕੀਨਨ ਇੱਕ ਬਿਹਤਰ ਤਰੀਕੇ ਦੀ ਲੋੜ ਹੈ। ਤਾਂ ਭਾਗ ਚੌਥਾ, ਮਾਸਟਰ ਲੁਕਅਪ ਫੰਕਸ਼ਨ। ਇਹੀ ਉਹ ਬਿਹਤਰ ਤਰੀਕਾ ਹੈ। ਇਸ ਨੂੰ ਇੱਕ ਜਾਸੂਸੀ ਕਹਾਣੀ ਵਾਂਗ ਸਮਝਿਆ ਜਾ ਸਕਦਾ ਹੈ। ਡੇਟਾਬੇਸ ਵਿੱਚ ਇੱਕ ਕੋਡ ਦਿੱਤਾ ਗਿਆ ਹੈ, ਜਿਵੇਂ ਕਿ ਪ੍ਰੋਡਕਟ ਆਈਡੀ 1, 2 ਜਾਂ 3, ਪਰ ਉਸ ਦੀ ਅਸਲ ਪਹਿਚਾਣ, ਉਸ ਦਾ ਨਾਮ ਲੱਭਣਾ ਹੈ। ਜੇਕਰ ਇਹ ਸੂਚੀ 10,000 ਵਸਤੂਆਂ ਦੀ ਹੋਵੇ ਤਾਂ ਹਰ ਇੱਕ ਦਾ ਨਾਮ ਹੱਥੀਂ ਲੱਭਣਾ ਅਤੇ ਟਾਈਪ ਕਰਨਾ ਤਾਂ ਅਸੰਭਵ ਹੀ ਹੋ ਜਾਵੇਗਾ। ਇਹ ਇੱਕ ਬਹੁਤ ਹੀ ਆਮ ਪਰ ਗੰਭੀਰ ਸਮੱਸਿਆ ਹੈ। ਇਸ ਵੱਡੀ ਸਮੱਸਿਆ ਦਾ ਹੱਲ ਵੀ ਲੁਕਅਪ ਫੰਕਸ਼ਨ ਵਿੱਚ ਛੁਪਿਆ ਹੈ, ਜੋ 4 ਬਹੁਤ ਹੀ ਸਪਸ਼ਟ ਕਦਮਾਂ ਵਿੱਚ ਕੰਮ ਕਰਦਾ ਹੈ। ਪਹਿਲਾ, ਲੁਕਅਪ ਵੈਲਿਊ, ਯਾਨੀ ਉਹ ਕੋਡ ਜਾਂ ਆਈਡੀ ਜਿਸ ਨੂੰ ਲੱਭਣਾ ਹੈ। ਦੂਜਾ, ਟੇਬਲ ਐਰੇ, ਯਾਨੀ ਉਹ ਪੂਰਾ ਡੇਟਾਬੇਸ ਜਿੱਥੇ ਇਸ ਨੂੰ ਲੱਭਿਆ ਜਾਵੇਗਾ। ਤੀਜਾ, ਕਾਲਮ ਇੰਡੈਕਸ, ਜਿਸ ਦਾ ਮਤਲਬ ਹੈ ਕਿ ਜਵਾਬ ਕਿਸ ਕਾਲਮ ਵਿੱਚ ਮੌਜੂਦ ਹੈ। ਅਤੇ ਆਖਿਰ ਵਿੱਚ ਰੇਂਜ ਲੁਕਅਪ, ਜੋ ਇਹ ਤੈਅ ਕਰਦਾ ਹੈ ਕਿ ਬਿਲਕੁਲ ਸਹੀ ਮੇਲ ਚਾਹੀਦਾ ਹੈ ਜਾਂ ਇਸ ਦੇ ਨੇੜੇ-ਤੇੜੇ ਦਾ ਮੁੱਲ। ਇਹ 4 ਕਦਮ ਮਿਲ ਕੇ ਇੱਕ ਵੱਡੀ ਖੋਜ ਨੂੰ ਬਹੁਤ ਸੌਖਾ ਬਣਾ ਦਿੰਦੇ ਹਨ। ਅਤੇ ਇਹ ਤਬਦੀਲੀ ਨਾ ਇੱਕ ਬਹੁਤ ਵੱਡਾ ਪੜਾਅ ਹੈ। ਦਰਅਸਲ ਬਹੁਤ ਸਾਰੀਆਂ ਸ਼ਰਤਾਂ ਵਾਲੇ ਉਲਝੇ ਹੋਏ ਆਈਐਫ ਫਾਰਮੂਲਿਆਂ ਦੀ ਬਜਾਏ ਇੱਕ ਸਾਧਾਰਨ ਰੈਫਰੈਂਸ ਟੇਬਲ ਅਤੇ ਲੁਕਅਪ ਫੰਕਸ਼ਨ ਦੀ ਵਰਤੋਂ ਕਰਨਾ ਕਿਤੇ ਜ਼ਿਆਦਾ ਸਿਆਣਪ ਵਾਲਾ ਫੈਸਲਾ ਹੈ। ਇਹ ਅਸਲ ਵਿੱਚ ਉਹ ਪਲ ਹੁੰਦਾ ਹੈ ਜਦੋਂ ਕੋਈ ਆਮ ਐਕਸਲ ਵਰਤਣ ਵਾਲਾ ਇੱਕ ਐਡਵਾਂਸਡ ਪ੍ਰੋਫੈਸ਼ਨਲ ਬਣ ਜਾਂਦਾ ਹੈ, ਕਿਉਂਕਿ ਇਹ ਡਾਟਾ ਨੂੰ ਸੰਭਾਲਣ ਦਾ ਸਭ ਤੋਂ ਸਾਫ਼ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ। ਅਖੀਰ ਵਿੱਚ ਭਾਗ 5ਵਾਂ, ਜ਼ਰੂਰੀ ਐਕਸਲ ਕੀਬੋਰਡ ਸ਼ਾਰਟਕਟਸ। ਕੰਮ ਨੂੰ ਬਿਜਲੀ ਦੀ ਤੇਜ਼ੀ ਨਾਲ ਪੂਰਾ ਕਰਨ ਲਈ ਕੀਬੋਰਡ ਸ਼ਾਰਟਕਟ ਬਹੁਤ ਜ਼ਰੂਰੀ ਹਨ। ਉਦਾਹਰਨ ਲਈ, CTRL ਦੇ ਨਾਲ ਐਰੋ ਬਟਨ ਦਬਾਉਣ ਨਾਲ 10,000 ਕਤਾਰਾਂ ਵਾਲੇ ਡੇਟਾ ਦੇ ਅੰਤ ਤੱਕ ਸਿਰਫ 1 ਸੈਕਿੰਡ ਵਿੱਚ ਪਹੁੰਚਿਆ ਜਾ ਸਕਦਾ ਹੈ। ALT ਅਤੇ ਬਰਾਬਰ ਦਾ ਚਿੰਨ੍ਹ ਇਕੱਠੇ ਦਬਾਉਣ ਨਾਲ ਆਟੋਸਮ ਫੰਕਸ਼ਨ ਜਾਦੂ ਵਾਂਗ ਕੰਮ ਕਰਦਾ ਹੈ ਅਤੇ ਤੁਰੰਤ ਕੁੱਲ ਜੋੜ ਕੱਢ ਦਿੰਦਾ ਹੈ। CTRL+1 ਫਾਰਮੈਟ ਬਾਕਸ ਖੋਲ੍ਹਦਾ ਹੈ ਅਤੇ CTRL+Z ਬਾਰੇ ਤਾਂ ਸਭ ਜਾਣਦੇ ਹੀ ਹਨ, ਕਿਸੇ ਵੀ ਗਲਤੀ ਨੂੰ ਤੁਰੰਤ ਵਾਪਸ ਠੀਕ ਕਰਨ ਲਈ। ਇਹਨਾਂ ਦੀ ਰੋਜ਼ਾਨਾ ਵਰਤੋਂ ਕੰਮ ਦੀ ਗਤੀ ਨੂੰ ਕਈ ਗੁਣਾ ਵਧਾ ਦਿੰਦੀ ਹੈ। ਤਾਂ ਜਾਂਦੇ-ਜਾਂਦੇ ਇੱਕ ਅਹਿਮ ਸਵਾਲ, ਜਦੋਂ ਇੱਕ ਵਾਰ ਮੈਨੂਅਲ ਡੇਟਾ ਐਂਟਰੀ ਦਾ ਝੰਜਟ ਖਤਮ ਹੋ ਜਾਂਦਾ ਹੈ ਅਤੇ ਫਾਰਮੂਲੇ ਸਾਰਾ ਭਾਰੀ ਕੰਮ ਆਪ ਕਰਨ ਲੱਗਦੇ ਹਨ, ਤਾਂ ਇਹ ਨਵੀਂ ਕੁਸ਼ਲਤਾ ਡੇਟਾ ਵਿੱਚੋਂ ਕਿਹੜੀਆਂ ਸ਼ਾਨਦਾਰ ਜਾਣਕਾਰੀਆਂ ਦਾ ਪਰਦਾਫਾਸ਼ ਕਰੇਗੀ? ਇਹ ਵਿਚਾਰ ਸਾਨੂੰ ਇੱਕ ਨਵੀਂ ਤਾਕਤ ਦਿੰਦਾ ਹੈ। ਡੇਟਾ ਸੈਟਾਂ ਨੂੰ ਸਿਰਫ ਸੰਭਾਲਣ ਦੀ ਬਜਾਏ ਹੁਣ ਉਹਨਾਂ ਤੇ ਜਿੱਤ ਪ੍ਰਾਪਤ ਕਰਨ ਦਾ ਸਮਾਂ ਹੈ। ਅੱਜ ਦੀ ਇਹ ਚਰਚਾ ਇੱਥੇ ਹੀ ਸੰਪੰਨ ਹੁੰਦੀ ਹੈ। ਨਵਾਂ ਸਿੱਖਦੇ ਰਹੋ ਅਤੇ ਆਪਣੇ ਡੇਟਾ ਦੇ ਅਸਲੀ ਮਾਸਟਰ ਬਣੋ।